ਪਹਿਲਾਂ ਜਮਾ ਹੀ ਗਰੀਬ ਹੋਵੇ ਕੋਈ, ਜੇ ਕੋਈ ਜਮਾ ਕੋਈ ਬੱਚਾ ਪੈਸਾ ਦੇ ਹੀ ਨਹੀਂ ਸਕਦਾ, ਉਹ ਕਹਿੰਦਾ ਜੀ ਮੈਂ ਪੜ੍ਹਨਾ ਚਾਹੁੰਦਾ, ਤੁਹਾਡੀ ਸੰਸਥਾ ਵਾ, ਅਸੀਂ ਉਹਨੂੰ ਬਿਲਕੁਲ ਫ੍ਰੀ ਆਫ ਕਾਸਟ ਵੀ ਪੜ੍ਹਾ ਦਾਂਗੇ, ਸਾਨੂੰ ਉਸ ਚੀਜ਼ ਦਾ ਕੋਈ ਵੀ ਲਾਲਚ ਨਹੀਂ। ਠੀਕ ਹੈ। ਇਮੀਗ੍ਰੇਸ਼ਨ ਦੀ ਫੀਸ ਆ ਜਾਂ ਜ਼ਿਆਦਾ ਚੱਲਦਾ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਕੋਈ ਕਹਿੰਦਾ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ। ਅਸੀਂ ਕਹਿੰਦੇ ਹਾਂ ਕਿ ਸਾਡੀ ਕੋਈ ਵੀ ਫੀਸ ਨਹੀਂ, ਨਾ ਪਹਿਲਾਂ ਨਾ ਬਾਅਦ 'ਚ। ਅਸੀਂ ਲੱਖ ਰੁਪਈਆ ਫੀਸ ਭਰੀ ਗਈ, 70-80 ਹਜ਼ਾਰ ਰੁਪਈਆ ਤੁਹਾਡਾ ਇੰਸ਼ੋਰੈਂਸ ਭਰਿਆ ਗਿਆ, ਜਿਹੜੇ ਫੰਡ ਆ ਉਹਦਾ ਲੱਖ 1.5 ਲੱਖ ਰੁਪਈਆ ਕਿਸੇ ਨੇ ਲੈ ਲਿਆ, ਤੇ ਕੁੱਲ ਮਿਲਾ ਕੇ 6-7 ਲੱਖ ਰੁਪਏ ਦੇ ਵਿੱਚ ਵੀ ਇੰਗਲੈਂਡ ਦਾ ਕੰਮ ਹੋ ਜਾਂਦਾ ਜੇ ਕਰਨਾ। ਪਰ ਜਦੋਂ ਪੈਕੇਜ ਦੇ ਵਿੱਚ ਚਲਾ ਜਾਂਦਾ, ਫੀਸ ਵੀਜ਼ਾ ਲੱਗਣ ਤੋਂ ਬਾਅਦ 'ਚ ਚਲਾ ਜਾਂਦਾ, ਫਿਰ ਉਹ 15-16 ਲੱਖ 10-10 ਲੱਖ ਰੁਪਏ ਦਾ ਮਾਰਜਿਨ। ਠੀਕ ਹੈ, ਮੈਂ ਨਹੀਂ ਕਹਿੰਦਾ 4 ਮਹੀਨੇ 6 ਮਹੀਨੇ ਵੀ ਪੜ੍ਹਨਾ ਪਊਗਾ ਤਾਂ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਜੀ। ਪੈਸੇ ਤੁਸੀਂ ਉਦੋਂ ਦੇ ਦਿਓ ਜਦੋਂ ਤੁਹਾਡੇ ਬੈਂਡ ਸਕੋਰ ਤੁਹਾਡੇ ਹੱਥ 'ਚ ਆ ਗਏ। ਬੈਂਡ ਸਕੋਰ ਤਾਂ ਹੀ ਆਉਣਗੇ ਜੇ ਤੁਹਾਨੂੰ ਸਾਡੀ ਪੜ੍ਹਾਈ ਵਧੀਆ ਲੱਗੂਗੀ ਜੀ। ਮੈਂ ਤੁਹਾਨੂੰ ਇੱਕ ਐਸੀ ਸੰਸਥਾ ਤੇ ਲੈ ਕੇ ਆਇਆ, ਉਸ ਦਫ਼ਤਰ ਦੇ ਵਿੱਚ ਬੈਠਾ, ਮੇਰੇ ਨਾਲ ਹੋਣਗੇ ਸਪੀਕਰ ਸਿੰਘ। ਹਰਕੀਰਤ ਮੁੰਡੇ ਦਾ ਨਾਂ, ਪਰ ਦੁਨੀਆ ਇਹਨੂੰ ਸਪੀਕਰ ਸਿੰਘ ਦੇ ਨਾਂ ਦੇ ਨਾਲ ਜਾਣਦੀ ਹੈ। 22 ਸਾਲ ਦੀ ਉਮਰ ਹੈ, ਬਹੁਤ ਕਮਾਲ ਦਾ ਕੰਮ ਕਰਦਾ ਮੁੰਡਾ। ਮੈਂ ਆ ਕੇ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਗੱਲਾਂ ਸੁਣ ਕੇ। ਮੋਟੀਵੇਸ਼ਨਲ ਸਪੀਕਰ ਹੈ, ਲਿਖਾਰੀ ਆ, ਕਿਤਾਬਾਂ ਲਿਖਦਾ ਇੰਗਲਿਸ਼ ਦੇ ਵਿੱਚ, ਲੋਕਾਂ ਨੂੰ ਮੋਟੀਵੇਸ਼ਨ ਸਪੀਚ ਦੇਣ ਲਈ ਵੱਡੀਆਂ ਵੱਡੀਆਂ ਕੰਪਨੀਆਂ ਸਾਦੀਆਂ ਮੁੰਡੇ ਨੂੰ। ਇੱਕ ਸੰਸਥਾ ਚਲਾਈ ਹੋਈ ਹੈ ਜਿਹਦਾ ਮੋਟਿਵ ਆ ਰੁਜ਼ਗਾਰ ਲੰਗਰ ਦੇਣਾ। ਜਿਸ ਤਰ੍ਹਾਂ ਆਪਾਂ ਰੋਟੀ ਦਾ ਲੰਗਰ, ਜਿਸ ਤਰ੍ਹਾਂ ਆਪਾਂ ਪੌਦਿਆਂ ਦਾ ਲੰਗਰ, ਉਸੇ ਤਰ੍ਹਾਂ ਰੁਜ਼ਗਾਰ ਲੰਗਰ ਦੇਣ ਲਈ ਇੱਕ ULO ਸੰਸਥਾ ਵੀ ਚਲਾਈ ਹੋਈ ਹੈ। ULO ਸੰਸਥਾ ਦੀਆਂ ਕੰਮ ਕਾਫੀ ਹੈ, ਪਰ ਅੱਜ ਆਪਾਂ 2 ਗੱਲਾਂ ਤੇ ਕਨਸੈਂਟਰੇਟ ਕਰਾਂਗੇ ਜਿਨ੍ਹਾਂ ਨਾਲ ਤੁਹਾਨੂੰ ਫਾਇਦਾ ਵੀ ਹੋਊਗਾ। ਇੱਕ, ਇਹਨਾਂ ਨੇ ਆਈਲੈਟਸ ਲੰਗਰ ਲਾਇਆ ਹੋਇਆ, ਤੇ ਦੂਸਰਾ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਵੀ ਹੈ। ਆਪਾਂ ਉਸ ਤੇ ਗੱਲਬਾਤ ਕਰਦੇ ਹਾਂ। ਸੁਖਜਿੰਦਰ ਬਾਈ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਸਾਡੇ ਕੋਲ। ਸੋਹਣੇ ਸੱਜਣਾ, ਹਾਂਜੀ 22 ਸਾਲ ਦੀ ਉਮਰ ਹੈ। ਹਾਂਜੀ, ਜੇ ਤੁਸੀਂ ਆਪਦੇ ਰੁਜ਼ਗਾਰ ਨੂੰ ਲੰਗਰ ਤੌਰ ਤੇ ਲਾ ਦਿਓਗੇ ਤਾਂ ਫਿਰ ਕਮਾਈ ਕਿਹੜੀ ਗੱਲ ਦੀ ਰਹਿ ਜੂਗੀ? ਕਮਾਓਗੇ ਕਿੱਥੋਂ? ਸੁਖਜਿੰਦਰ ਵੀਰੇ, ਜਿਹੜਾ ਮੇਰਾ ਪਰਸਨਲ ਕਮਾਈ ਦਾ ਜਿਹੜਾ ਤਰੀਕਾ ਜੀ, ਉਹ ਹੈਗਾ ਮੋਟੀਵੇਸ਼ਨਲ ਸਪੀਕਿੰਗ ਜੀ ਤੇ ਕਿਤਾਬਾਂ ਦਾ ਲਿਖਣਾ ਜੀ, ਜੋ ਵਿਕਦੀਆਂ ਵੀ ਹੈ, ਜਿੱਥੋਂ ਮੈਂ ਆਪਣੀ ਘਰ ਦੀ ਰੋਟੀ ਚਲਾਉਣਾ ਜੀ। ਜਿਹੜਾ ਸਾਡਾ ਆਈਲੈਟਸ ਜਾਂ ਇਮੀਗ੍ਰੇਸ਼ਨ ਦਾ ਕੰਮ ਹੈ, ਜਾਂ ਤੁਸੀਂ ਕਹਿ ਲਓ ULO ਦਾ ਕੰਮ ਹੈ, ਇਹਦੇ ਵਿੱਚ ਸਾਡਾ ਕਮਾਉਣ ਦਾ ਕੋਈ ਵੀ ਮਕਸਦ ਨਹੀਂ ਜੀ। ਅਸੀਂ ਆਪਣੀ ਜੇਬ 'ਚ ਪਾਉਣ ਦਾ ਕੋਈ ਵੀ, ਲੋਕਾਂ ਦਾ ਭਲਾ ਕਰ ਸਕੀਏ, ਦੂਜੇ ਬੱਚਿਆਂ ਨੂੰ ਰੁਜ਼ਗਾਰ ਦੇ ਸਕੀਏ, ਜਿਹੜੇ ਬਾਹਰ ਜਾ ਰਹੇ ਆ ਉਹਨਾਂ ਦਾ ਵੀ ਫਾਇਦਾ ਕਰੀਏ, ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦਾ ਵੀ ਫਾਇਦਾ ਕਰੀਏ, ਉਹਨਾਂ ਦਾ ਫਾਇਦਾ ਕਰੀਏ। ਜਿਵੇਂ ਆਈਲੈਟਸ ਤੇ ਆਪਾਂ ਪਹਿਲਾਂ ਆਈਲੈਟਸ ਤੇ ਗੱਲ ਕਰੀਏ। ਆਈਲੈਟਸ ਲੰਗਰ ਦਾ ਮਤਲਬ ਕੀ ਆ? ਆਈਲੈਟਸ ਫ੍ਰੀ ਕਰਾ ਰਹੇ ਆ, ਕਿਵੇਂ ਕਰਾ ਰਹੇ ਆ, ਕੀ ਉਹਦੇ ਵਿੱਚ ਵੀਰੇ ਇਹ ਗੱਲ ਹੈ ਕਿ ਤੁਹਾਨੂੰ ਪਤਾ ਕਿ ਆਈਲੈਟਸ ਅੱਜ ਕੱਲ੍ਹ ਪੰਜਾਬ 'ਚ ਹਰ ਬੱਚਾ ਕਰਨਾ ਚਾਹੁੰਦਾ, ਬਾਹਰ ਜਾ ਕੇ ਸੈੱਟ ਹੋਣਾ ਚਾਹੁੰਦਾ, ਉਹਦੀ ਪੜ੍ਹਾਈ ਵਧੀਆ ਕਰਨਾ ਚਾਹੁੰਦਾ। ਬੱਚੇ ਕੀ ਕਰਦੇ ਆ, ਆਪਣੀ ਫੀਸ ਭਰਦੇ ਆ, ਆਪਦੀਆਂ ਕਲਾਸਾਂ ਲੈਂਦੇ ਆ, ਜੋ ਨਾਰਮਲੀ ਸਾਰੇ ਕਿਤੇ ਚੱਲਦਾ। ਤਾਂ ਪਰ ਉੱਥੇ ਬੱਚੇ ਨੂੰ ਕਈ ਵਾਰੀ ਪੜ੍ਹਾਈ ਉਹੋ ਜਿਹੀ ਕੁਆਲਿਟੀ ਨਹੀਂ ਮਿਲਦੀ, ਜਾਂ ਤੁਸੀਂ ਕਹਿ ਲਓ ਕਿ ਬੱਚੇ ਨੂੰ ਟੀਚਰ ਨਹੀਂ ਉਹੋ ਜਿਹਾ ਮਿਲਿਆ, ਜਾਂ ਉਹ ਤੋਂ ਫੀਸ ਲੈ ਲਈ ਗਈ ਹੋਰ ਟੀਚਰ ਤੋਂ ਪੜ੍ਹਾਈ ਕਰਾ ਕੇ, ਬਾਅਦ 'ਚ ਉਹਨੂੰ ਉਹ ਚੀਜ਼ ਮਿਲੀ ਨਹੀਂ। ਸਾਡਾ ਉੱਥੇ ਕਨਸੈਪਟ ਇਹ ਹੈ ਕਿ ਜਿਹੜੇ ਤਾਂ ਬੱਚੇ ਫੀਸ ਦੇ ਸਕਦੇ ਆ, ਠੀਕ ਹੈ, ਉਹਨਾਂ ਨਾਲ ਅਸੀਂ ਇਹ ਕਰਦੇ ਹਾਂ ਕਿ ਤੁਸੀਂ ਪਹਿਲਾਂ ਆਪਣੀ ਪੜ੍ਹਾਈ ਕਰ ਲਓ, ਪੂਰੇ ਬੈਂਡ ਲੈ ਲਓ, ਪੂਰਾ ਸਾਡੇ ਦਫ਼ਤਰ ਆਓ, ਫ੍ਰੀ ਆਫ ਕਾਸਟ ਅਸੀਂ ਬੱਚਿਆਂ ਨੂੰ ਐਡਮਿਸ਼ਨ ਦਿੰਦੇ ਆ, ਕੋਈ ਉਹਦਾ ਪਹਿਲਾਂ ਅਸੀਂ ਖਰਚਾ ਨਹੀਂ ਲੈਂਦੇ। ਠੀਕ ਹੈ, ਤੁਸੀਂ ਪੜ੍ਹੋ, 1 ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਵੀ ਪੜ੍ਹਨਾ ਪਊਗਾ ਤਾਂ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਜੀ। ਪੈਸੇ ਤੁਸੀਂ ਉਦੋਂ ਦੇ ਦਿਓ ਜਦੋਂ ਤੁਹਾਡੇ ਬੈਂਡ ਸਕੋਰ ਤੁਹਾਡੇ ਹੱਥ 'ਚ ਆ ਗਏ। ਬੈਂਡ ਸਕੋਰ ਤਾਂ ਹੀ ਆਉਣਗੇ ਜੇ ਤੁਹਾਨੂੰ ਸਾਡੀ ਪੜ੍ਹਾਈ ਵਧੀਆ ਲੱਗੂਗੀ, ਅਸੀਂ ਕੁਛ ਚੱਜ ਦਾ ਤੁਹਾਡੇ ਪੱਲੇ ਪਾਵਾਂਗੇ। ਤਾਂ ਜਦੋਂ ਅਸੀਂ ਤੁਹਾਡੇ ਉਹ ਚੀਜ਼ ਪੱਲੇ ਪਾਤੀ, ਤੁਹਾਨੂੰ ਸਮਝਾਤਾ, ਤੁਸੀਂ ਪੈਸੇ ਸਾਨੂੰ, ਜਿਹੜੀ ਸਾਡੀ ਮਿਹਨਤ ਆ, ਅਸੀਂ ਜਿਹੜੀ ਪੜ੍ਹਾਈ ਕਰਵਾਈ ਆ ਤੁਹਾਨੂੰ, ਜਾਇਜ਼ ਜੀ ਪੜ੍ਹਾਈ ਫੀਸ ਆ ਸਾਡੀ, ਜਿੰਨੀ ਵੀ ਅਸੀਂ ਮਿਹਨਤ ਕੀਤੀ ਹੈ, ਸਾਨੂੰ ਉਹਦੇ ਹਿਸਾਬ ਨਾਲ ਜਿੰਨੇ ਮਹੀਨੇ ਲੱਗੇ ਪੈਸੇ ਦੇ ਦਿਓ। ਪਹਿਲਾਂ ਜਮਾ ਹੀ ਗਰੀਬ ਹੋਵੇ ਕੋਈ, ਜੇ ਕੋਈ ਜਮਾ ਕੋਈ ਬੱਚਾ ਪੈਸਾ ਦੇ ਹੀ ਨਹੀਂ ਸਕਦਾ, ਉਹ ਕਹਿੰਦਾ ਜੀ ਮੈਂ ਪੜ੍ਹਨਾ ਚਾਹੁੰਦਾ, ਤੁਹਾਡੀ ਸੰਸਥਾ ਵਾ, ਅਸੀਂ ਉਹਨੂੰ ਬਿਲਕੁਲ ਫ੍ਰੀ ਆਫ ਕਾਸਟ ਵੀ ਪੜ੍ਹਾ ਦਾਂਗੇ, ਸਾਨੂੰ ਉਸ ਚੀਜ਼ ਦਾ ਕੋਈ ਵੀ ਲਾਲਚ ਨਹੀਂ। ਠੀਕ ਹੈ ਜੀ, ਇਹ ਆਈਲੈਟਸ ਦਾ ਕਨਸੈਪਟ ਹੋ ਗਿਆ ਜੀ। ਅਗਲਾ ਕਨਸੈਪਟ ਹੋ ਗਿਆ ਇਮੀਗ੍ਰੇਸ਼ਨ ਦਾ। ਹਾਂਜੀ, ਸੰਸਥਾ ਹੈ, ਹਾਂਜੀ, ਕਮਾਉਣਾ ਨਹੀਂ ਚਾਹੁੰਦੀ, ਹਾਂਜੀ, ਤਾਂ ਇਮੀਗ੍ਰੇਸ਼ਨ ਦਾ ਜਿਹੜਾ ਹੈਗਾ ਉਹਦੇ ਲਈ ਲੋਕਾਂ ਲਈ ਕੀ ਆਫਰ ਆ? ਦੇਖੋ, ਜਿਹੜੀ ਇਮੀਗ੍ਰੇਸ਼ਨ ਦਾ ਕੰਮ ਹੈ, ਸਟੂਡੈਂਟ ਵੀਜ਼ੇ ਦਾ ਕੰਮ ਹੈ, ਬੱਚੇ ਬਾਹਰ ਜਾਂਦੇ ਆ, ਆਪਣਾ ਵੀਜ਼ਾ ਲਵਾਉਂਦੇ ਆ। ਸਾਡੇ ਕੋਲੇ ਪਹਿਲੀ ਗੱਲ ਤਾਂ 2604 ਯੂਨੀਵਰਸਿਟੀਆਂ ਸਾਡੇ ਨਾਲ ਕੰਮ ਕਰ ਰਹੀਆਂ ਪੂਰੀ ਦੁਨੀਆ ਦੇ ਵਿੱਚ। ਇਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ 730 ਤੋਂ ਵੱਧ ਯੂਨੀਵਰਸਿਟੀਆਂ ਸਾਡੇ ਨਾਲ ਕੰਮ ਕਰ ਰਹੀਆਂ। ਸਰਕਾਰੀ, ਪ੍ਰਾਈਵੇਟ ਅਸੀਂ ਕੰਮ ਕਰਦੇ ਹੀ ਨਹੀਂ। ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਬੱਚੇ ਨੂੰ ਉੱਥੇ ਪੱਕਾ ਨਾ ਕਰੇ, ਉਹਦੇ ਨਾਲ ਅਸੀਂ ਕੰਮ ਹੀ ਨਹੀਂ ਕਰਦੇ। ਠੀਕ ਹੈ, ਤਾਂ ਬੱਚੇ ਕਈ ਵਾਰੀ ਇਸ ਚੀਜ਼ 'ਚ ਕਨਫਿਊਜ਼ ਹੋ ਜਾਂਦੇ ਕਿ ਸਾਨੂੰ ਜੀ ਉੱਥੇ ਜਾ ਕੇ ਅਸੀਂ ਪੱਕੇ ਹੋਵਾਂਗੇ ਕਿ ਨਹੀਂ ਹੋਵਾਂਗੇ, ਤਾਂ ਅਸੀਂ ਉਹਨਾਂ ਚੀਜ਼ਾਂ 'ਚ ਕੰਮ ਕਰਦੇ ਨਹੀਂ। ਜਿਹੜੀ ਇਮੀਗ੍ਰੇਸ਼ਨ ਦੀ ਫੀਸ ਆ,
ਜਾਂ ਜ਼ਿਆਦਾ ਚੱਲਦਾ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਕੋਈ ਕਹਿੰਦਾ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ। ਅਸੀਂ ਕਹਿੰਦੇ ਆ ਕਿ ਸਾਡੀ ਕੋਈ ਵੀ ਫੀਸ ਨਹੀਂ, ਨਾ ਪਹਿਲਾਂ ਨਾ ਬਾਅਦ 'ਚ। ਤੁਸੀਂ ਆਓ, ਆਪਣੀ ਫਾਈਲ ਲਗਵਾਓ, ਆਪਣੀ ਐਡਮਿਸ਼ਨ ਕਰਵਾਓ, ਆਪਣੀ ਫੀਸ ਸਿੱਧੀ ਆਪਣੇ ਖਾਤੇ ਤੋਂ ਕਾਲਜ ਨੂੰ ਭੇਜੋ। ਅੰਬੈਸੀ ਫੀਸ ਜਿਹੜੀ ਤੁਸੀਂ ਪੇ ਕਰਨੀ 8-10 ਹਜ਼ਾਰ ਰੁਪਏ ਆਪਦੇ ਕਾਰਡ ਤੋਂ ਪੇ ਕਰ ਦਿਓ। ਸਾਡੇ ਨਾ ਤਾਂ ਮੈਨੂੰ ਨਾ ਮੇਰੇ ਕਿਸੇ ਕਾਉਂਸਲਰ ਨੂੰ ਤੁਸੀਂ ਕੋਈ ਵੀ ਰੁਪਈਆ ਨਹੀਂ ਦੇਣਾ। ਫ੍ਰੀ ਆਫ ਕਾਸਟ ਆਓ, ਆਪਣਾ ਕੰਮ ਕਰਾਓ। ਮੈਂ ਮੰਨਦਾ ਕਿ ਬੱਚੇ ਦਾ ਬਾਹਲਾ ਨਹੀਂ ਤਾਂ ਲੱਖ ਸਵਾ ਲੱਖ ਰੁਪਏ ਦਾ ਫਾਇਦਾ ਜ਼ਰੂਰ ਹੁੰਦਾ ਸਾਡੇ ਕੋਲੇ ਆ ਕੇ, ਜਦੋਂ ਬਾਹਰ ਦੀ ਆਪਣੀ ਫਾਈਲ ਲਾਉਂਦਾ। ਘੱਟੋ ਘੱਟ ਇੰਨਾ ਕਹਿ ਰਿਹਾ, ਵੱਧ ਤੋਂ ਵੱਧ 2-2.5 ਲੱਖ ਤੱਕ ਵੀ ਜਾ ਸਕਦਾ, ਪਰ ਲੱਖ ਸਵਾ ਲੱਖ ਦਾ ਤਾਂ ਮੈਂ ਗਰੰਟੀ ਦਿੰਦਾ ਕਿ ਉਹਦਾ ਫਾਇਦਾ ਜ਼ਰੂਰ ਹੋਊਗਾ ਸਾਡੇ ਦਫ਼ਤਰ ਜਾ ਕੇ। ਜੀ ਇਹ ਚੀਜ਼ ਇਹ ਤੁਹਾਡਾ ਹੈਗਾ ਇਮੀਗ੍ਰੇਸ਼ਨ ਦਾ ਕੰਸੈਪਟ। ਇਮੀਗ੍ਰੇਸ਼ਨ ਦਾ ਹੋ ਗਿਆ। ਜਦੋਂ ਆਪਣਾ ਅਗਲੇ ਤੇ ਆ ਜਾਈਏ ਕਿ ਆਪਾਂ ਇੱਕ ਨਾ ਆਫ ਦਾ ਰਿਕਾਰਡ ਗੱਲ ਕਰਦੇ ਸੀ। ਹਾਂਜੀ। ਕੋਈ ਇੰਗਲੈਂਡ ਦੇ ਮਸਲੇ ਤੇ ਤੁਸੀਂ ਗੱਲ ਕੀਤੀ ਸੀ ਵੀ ਇੰਗਲੈਂਡ ਵਾਲੇ ਮਸਲੇ ਤੇ ਕਈ ਮਤਲਬ ਕਿੰਨੇ ਪੈਸੇ ਲੱਗਦੇ ਇੰਗਲੈਂਡ ਜੇ ਕਿਸੇ ਸਟੂਡੈਂਟ ਨੂੰ ਤਾਂ ਕਿੰਨੇ ਪੈਸੇ ਲੱਗਦੇ? ਦੇਖੋ ਜੀ, ਅਸਲ ਦੇ ਵਿੱਚ ਜਿਹੜਾ ਪੈਕੇਜ ਆ ਉਹ 15 ਲੱਖ ਵੀ ਚੱਲ ਰਿਹਾ, 20 ਲੱਖ ਵੀ ਚੱਲ ਰਿਹਾ, ਪਰ ਬੱਚੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਦੀ ਕਿੰਨੀ ਫੀਸ ਪੇ ਕੀਤੀ ਜਾ ਰਹੀ ਹੈ ਜੀ। ਕਈ ਜਗ੍ਹਾ ਤੇ ਇਹੋ ਜਿਹਾ ਹੁੰਦਾ ਕਿ ਉਹ 3 ਲੱਖ ਰੁਪਇਆ ਫੀਸ ਭਰੀ ਗਈ, 70-80 ਹਜ਼ਾਰ ਰੁਪਇਆ ਤੁਹਾਡਾ ਇੰਸ਼ੋਰੈਂਸ ਭਰਿਆ ਗਿਆ, ਜਿਹੜੇ ਫੰਡ ਆ ਉਹਦਾ ਲੱਖ 1.5 ਲੱਖ ਰੁਪਇਆ ਕਿਸੇ ਨੇ ਲੈ ਲਿਆ, ਤੇ ਕੁੱਲ ਮਿਲਾ ਕੇ 6-7 ਲੱਖ ਰੁਪਏ ਦੇ ਵਿੱਚ ਵੀ ਇੰਗਲੈਂਡ ਦਾ ਕੰਮ ਹੋ ਜਾਂਦਾ ਜੇ ਕਰਨਾ। ਪਰ ਜਦੋਂ ਪੈਕੇਜ ਦੇ ਵਿੱਚ ਚਲਾ ਜਾਂਦਾ, ਫੀਸ ਵੀਜ਼ਾ ਲੱਗਣ ਤੋਂ ਬਾਅਦ ਚਲਾ ਜਾਂਦਾ, ਫਿਰ ਉਹ 15-16 ਲੱਖ 10-10 ਲੱਖ ਰੁਪਏ ਦਾ ਮਾਰਜਿਨ। ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕਮਾਓ ਨਾ, ਕਮਾਓ ਜ਼ਰੂਰ ਕਮਾਓ, ਪਰ ਜਾਇਜ਼ ਤਰੀਕੇ ਦੇ ਨਾਲ ਕਮਾਈ ਕਰਨੀ ਚਾਹੀਦੀ ਹੈ। ਲਿਮਿਟ ਦੇ ਵਿੱਚ ਉਸ ਚੀਜ਼ ਨੂੰ ਰੱਖਣਾ ਚਾਹੀਦਾ ਕਿ ਤੁਹਾਡਾ ਵੀ ਰੋਟੀ ਪਾਣੀ ਚੱਲੇ ਜਾਵੇ ਤੇ ਅਗਲੇ ਦਾ ਵੀ ਨੁਕਸਾਨ ਨਾ ਹੋਵੇ। 10-10 ਲੱਖ ਰੁਪਏ ਦਾ ਮਾਰਜਿਨ ਇੱਕ ਬਹੁਤ ਹੀ ਨਾਜਾਇਜ਼ ਚੀਜ਼ ਮੈਂ ਮੰਨਦਾ। ਮੈਂ ਕਹਿੰਦਾ ਕਿ ਠੀਕ ਹੈ, ਜੇ ਕਿਸੇ ਬੱਚੇ ਦੀ ਤੁਸੀਂ 5 ਲੱਖ ਰੁਪਈਆ ਫੀਸ ਭਰ ਰਹੇ ਆ, ਉਹਦਾ ਇੰਸ਼ੋਰੈਂਸ ਭਰ ਰਹੇ ਹੋ, ਉਹਦੇ ਫੰਡ 10-11 ਲੱਖ ਰੁਪਈਆ ਫਿਰ ਵੀ ਜਾਇਜ਼ ਆ ਜੀ। ਪਰ ਉਹ ਉਸੇ 10-11 ਲੱਖ ਰੁਪਏ ਦੇ ਪੈਕੇਜ ਨੂੰ 18-19 ਲੱਖ 'ਚ ਵੇਚਣਾ ਇੱਕ ਮਾੜੀ ਗੱਲ ਆ, ਕਿਉਂਕਿ ਬੱਚੇ ਦੀ ਆਪਾਂ ਸਿੱਖਿਆ ਨੂੰ ਵੇਚ ਰਹੇ ਹਾਂ। ਠੀਕ ਹੈ, ਪਰ ਉਹਦੇ ਵਿੱਚ ਇੰਨਾ ਮਾਰਜਿਨ ਨਹੀਂ ਹੋਣਾ ਚਾਹੀਦਾ। ਜੇ ਹੋਣਾ ਚਾਹੀਦਾ, ਜਾਇਜ਼ ਤਰੀਕੇ ਨਾਲ ਬੱਚੇ ਨੂੰ ਦੱਸ ਕੇ ਕਮਾਓ ਜੀ। ਵੀ ਅਕਸਰ ਨਾ ਜਿਵੇਂ ਹੁਣ ਮੰਨ ਕੇ ਚੱਲੋ ਕਿ ਸੰਸਥਾ ਕਮਾਊਗੀ, ਕੁਦਰਤੀ ਗੱਲ ਹੈ ਕਿ ਕਮਰਸ਼ੀਅਲ ਫੀਲਡ ਦੇ ਵਿੱਚ ਆ, ਤਾਂ ਤੁਸੀਂ ਨਹੀਂ ਕਮਾਈ ਲੈਣਾ ਚਾਹੁੰਦੇ, ਤੁਹਾਡੇ ਸੰਸਥਾ ਚਲਾਉਣ ਵਾਲੇ ਨਹੀਂ ਆਪਦੀ ਜੇਬ 'ਚ ਬਚਤ ਪਾਉਣਾ ਚਾਹੁੰਦੇ, ਪਰ ਜਿਹੜੀ ਉਹ ਬਚਤ ਆ ਉਹਦਾ ਫਿਰ ਕੀ ਕਰਦੇ ਆ? ਦੇਖੋ, ਉਹਦਾ ਬਚਤ ਦਾ ਪਹਿਲੀ ਗੱਲ, ਉਹ ਬਚਤ ਹੁੰਦੀ ਅੱਡ-ਅੱਡ ਤਰੀਕਿਆਂ ਤੋਂ। ਜਦੋਂ ਅਸੀਂ ਬੱਚਾ ਬਾਹਰਲੇ ਮੁਲਕ 'ਚ ਭੇਜ ਰਹੇ ਹਾਂ ਤਾਂ ਓਬਵੀਅਸ ਜੀ ਗੱਲ ਆ ਕਿ ਜਿਹੜੀਆਂ ਕਾਲਜਿਸ ਆ, ਯੂਨੀਵਰਸਿਟੀਜ਼ ਆ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਅਸੀਂ ਤੁਹਾਨੂੰ ਇੰਨਾ ਬੱਚਾ ਦੇ ਰਹੇ ਹਾਂ ਪੰਜਾਬ ਦੇ ਵਿੱਚੋਂ, ਸਾਨੂੰ ਉਹਦਾ ਕੁਛ ਨਾ ਕੁਛ ਦਿਓ। ਸਾਨੂੰ ਉਹਦੇ ਵਿੱਚੋਂ ਉਹ ਕੁਛ ਨਾ ਕੁਛ ਪਰਸੈਂਟੇਜ ਦਿੰਦੇ ਆ, ਜਿਹਨੂੰ ਅਸੀਂ ਇੱਕ ਫੰਡ ਦੇ ਵਿੱਚ ਇਕੱਠਾ ਕਰਕੇ ਅਸੀਂ ਫੰਡ ਰੇਜ਼ ਕਰਦੇ ਹਾਂ। ਗਰੀਬ ਬੱਚੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸੁਣ ਰਹੇ ਹੁਣ, ਉਹਨਾਂ ਲਈ ਵੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਗਰੀਬ ਬੱਚੇ ਆ, ਜਿਹੜੇ ਕੁਛ ਕਰਨਾ ਚਾਹੁੰਦੇ ਆ, ਉਹਨਾਂ ਕੋਲ ਪੈਸਾ ਹੈ ਨਹੀਂ, ਉਹਨਾਂ ਕੋਲ ਗੁਣ ਹੈਗਾ ਕੋਈ ਜਾਂ ਗੁਣ ਨਹੀਂ ਵੀ ਹੈ ਕੋਈ, ਗੁਣ ਤਾਂ ਇਹੋ ਜਿਹੀ ਚੀਜ਼ ਆ ਪੈਦਾ ਕੀਤਾ ਜਾ ਸਕਦਾ ਜੇ ਆਪਾਂ ਉਹਦੇ ਤੇ ਲੱਗੇ ਰਹੀਏ। ਠੀਕ ਹੈ, ਤੇ ਉਹਨਾਂ ਵਿੱਚ ਅਸੀਂ ਇਨਵੈਸਟ ਕਰਦੇ ਹਾਂ, ਉਹਨਾਂ ਨੂੰ ਬਿਜ਼ਨਸ ਐਸਟੈਬਲਿਸ਼ ਕਰਕੇ ਦਿੰਦੇ ਹਾਂ ਕਿ ਤੁਸੀਂ ਆਓ, ਮਿਹਨਤ ਕਰੋ, ਕੰਮ ਨੂੰ ਸਿੱਖੋ, ਟ੍ਰੇਨਿੰਗ ਲਓ, 1 ਸਾਲ ਸਾਨੂੰ ਦਿਓ, ਉਸ ਤੋਂ ਬਾਅਦ ਜਿਹੜਾ ਵੀ ਕੰਮ ਤੁਸੀਂ ਕਹੋਗੇ ਅਸੀਂ ਤੁਹਾਨੂੰ ਖੋਲ੍ਹ ਕੇ ਦੇਵਾਂਗੇ। ਉਹਦੇ ਵਿੱਚ ਤੁਹਾਡੇ ਵਿੱਚ ਨਿਵੇਸ਼ ਕਰਾਂਗੇ, ਤੁਹਾਡੇ ਵਿੱਚ ਇਨਵੈਸਟ ਕਰਾਂਗੇ ਉਹ ਪੈਸਾ। ਠੀਕ ਹੈ, ਕਮਾਈ ਦਾ ਵੀ ਹੈ, ਕਮਾਉਣਾ ਜ਼ਰੂਰੀ ਹੈ, ਕਿਉਂਕਿ ਸੰਸਥਾ ਖੋਲੀ ਹੈ, ਸੰਸਥਾ ਚੱਲ ਰਹੀ ਹੈ, ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਾਂ, ਦੂਜਿਆਂ ਨਾਲੋਂ 2-2.5 ਲੱਖ ਦਾ ਬੱਚੇ ਦਾ ਫਾਇਦਾ ਕਰਾ ਰਹੇ ਹਾਂ। ਫਿਰ ਉਹ ਪੈਸੇ ਜਿਹੜੇ ਕਮਾ ਰਹੇ ਆ ਬੱਚੇ ਤੋਂ ਨਹੀਂ ਕਮਾ ਰਹੇ, ਬਾਹਰਲੀ ਯੂਨੀਵਰਸਿਟੀਆਂ ਤੋਂ ਕਮਾ ਰਹੇ ਆ, ਕਿਉਂਕਿ ਉਹਨਾਂ ਨੂੰ 10-10 20-20 ਲੱਖ ਰੁਪਏ ਬੱਚਾ ਫੀਸ ਭਰ ਰਿਹਾ, ਉਹਨਾਂ ਤੋਂ ਅਸੀਂ ਲੈ ਵੀ ਲਵਾਂਗੇ ਤਾਂ ਕੋਈ ਮਾੜੀ ਗੱਲ ਨਹੀਂ। ਉਸੇ ਪੈਸੇ ਨੂੰ ਫਿਰ ਅਸੀਂ ਪੰਜਾਬ ਦੇ ਬੱਚਿਆਂ ਵਿੱਚ ਹੀ ਲਗਾ ਰਹੇ ਹਾਂ, ਤਾਂ ਕਿ ਤੁਸੀਂ ਕੋਈ ਬਿਜ਼ਨਸ ਖੋਲ੍ਹਣਾ ਸਾਡੇ ਨਾਮ ਤੇ ਖੋਲੋ, 1 ਸਾਲ ਦੀ ਟ੍ਰੇਨਿੰਗ ਲਓ ਤੇ ਅਸੀਂ ਤੁਹਾਡੇ ਵਿੱਚ ਹੀ ਨਿਵੇਸ਼ ਕਰਾਂਗੇ। ਉਹਦਾ ਪੈਸਾ ਫਿਰ ਕੁਛ ਨਾ ਕੁਛ ਸਾਨੂੰ ਫਿਰ ਵਾਪਸ ਆਊਗਾ, ਅਸੀਂ ਕਿਸੇ ਹੋਰ ਬੱਚੇ 'ਚ ਲਾ ਦਾਂਗੇ। ਇੱਦਾਂ ਅਸੀਂ ਇੱਕ ਸਰਕਲ ਨੂੰ ਚਲਾ ਰੱਖਿਆ। ਹੌਲੀ ਸਾਡੀਆਂ 3-4 ਕੰਪਨੀਜ਼ ਐਸਟੈਬਲਿਸ਼ ਹੋ ਚੁੱਕੀਆਂ, ਕੁਛ ਮਾਰਕੀਟਿੰਗ ਦੇ ਵਿੱਚ ਹੈ, ਕੁਛ ਐਜੂਕੇਸ਼ਨ ਦੇ ਵਿੱਚ ਆ, ਤੇ ਕੁਛ ਆਇਲਸ ਇਮੀਗ੍ਰੇਸ਼ਨ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਸ ਕਰਦਾ ਕਿ ਕਈ ਸਾਰੀਆਂ ਕੰਪਨੀਆਂ ਇੱਦਾਂ ਗਰੀਬ ਬੱਚਿਆਂ ਦੇ ਨਾਲ ਰਲ ਕੇ ਉਹਨਾਂ ਨੂੰ ਅਮੀਰ ਬਣਾਵਾਂਗੇ, ਉਹਨਾਂ ਨੂੰ ਚੰਗਾ ਰੁਜ਼ਗਾਰ ਦੇਵਾਂਗੇ ਜਿੰਨਾ ਹੋ ਸਕਦਾ। ਹੁਣ ਇੱਦਾਂ ਤਾਂ ਨਹੀਂ ਕਹਿ ਰਿਹਾ ਕਿ ਮੈਂ ਸਾਰੇ ਪੰਜਾਬ ਨੂੰ ਰੁਜ਼ਗਾਰ ਦੇ ਦੂੰਗਾ, ਪਰ ਜਿੰਨਾ ਹੋ ਸਕਦਾ, ਜਿੰਨਾ ਆਪਣੇ ਹੱਥ ਦੇ ਵਿੱਚ ਹੈ, ਉਹਨਾਂ ਕੀ ਬੰਦਾ ਕਰ ਸਕਦਾ। ਨਹੀਂ, ਉਹ ਤਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਚਿੜੀ ਸੀ, ਜੰਗਲ ਨੂੰ ਅੱਗ ਲੱਗਿਆ ਸੀ, ਤੇ ਉਹ ਚਿੜੀ ਕਹਿੰਦੀ ਵੀ ਚੁੰਝ ਭਰ ਕੇ ਲੈ ਗਈ, ਤੇ ਹੁਣ ਅਕਸਰ ਨਾ ਤਾਂ ਉਹਦਾ ਅੱਗ ਬੁਝਾਉਣ ਵਾਲਿਆਂ 'ਚ ਹੀ ਆਇਆ ਨਾ, ਹੈ ਨਾ। ਵੀ ਚਲੋ ਬੰਦੇ ਨੂੰ ਉਨਾ ਕੁ ਤਾਂ ਕਰਨਾ ਚਾਹੀਦਾ, ਜਿੰਨਾ ਕਰ ਸਕਦਾ। ਇਹ ਤਾਂ ਇਕੱਲੇ ਮੇਰੇ ਵਾਸਤੇ ਨਹੀਂ, ਤੁਸੀਂ ਵੀ ਕੰਮ ਕਰ ਰਹੇ ਆ, ਠੀਕ ਹੈ, ਹਰ ਬੰਦਾ ਆਪਦੀ ਕਮਾਈ ਲਈ, ਆਪਦੀ ਰੋਟੀ ਲਈ ਤੁਰਿਆ ਫਿਰਦਾ। ਜਿੰਨਾ ਕੋਈ ਆਪਾਂ ਕਿਸੇ ਦਾ ਕਰ ਸਕਦੇ ਹਾਂ, ਮੇਰੀ ਸੋਚ ਹੈ ਕਰਨਾ ਚਾਹੀਦਾ, ਕਿਉਂਕਿ ਇੱਕ ਤਾਂ ਤੁਹਾਨੂੰ ਆਤਮਿਕ ਸਕੂਨ ਬਹੁਤ ਮਿਲਦਾ ਉਸ ਚੀਜ਼ 'ਚ। ਜਦੋਂ ਕੋਈ ਬੰਦੇ ਦੇ ਘਰੇ ਰੋਟੀ ਪੱਕਦੀ ਹੈ, ਕਿਸੇ ਦਾ ਚੁੱਲ੍ਹਾ ਬਲਦਾ, ਤੁਹਾਨੂੰ ਆਤਮਿਕ ਸਕੂਨ ਮਿਲਦਾ, ਉਸ ਸਕੂਨ ਤੋਂ ਵੱਡੀ ਕਮਾਈ ਹੈ ਹੀ ਕੋਈ ਨਹੀਂ। ਤੇ ਇੱਕ ਵੀਰੇ ਆਪਾਂ ਹੁਣ ਥੋੜਾ ਜਿਹਾ ਤੁਹਾਡੇ ਬਿਜ਼ਨਸ ਵਾਲੇ ਪਾਸੇ ਵੀ ਆ ਜਾਈਏ। ਹਾਂਜੀ, ਵੀ ਤੁਹਾਡਾ ਜਿਹੜਾ ਕਮਾਈ ਦਾ ਸਾਧਨ ਹੈ, ਇਹ ਮੋਟੀਵੇਸ਼ਨ ਸਪੀਕਰ। ਹਾਂਜੀ, ਸਪੀਕਰ ਸਿੰਘ। ਹਾਂਜੀ, ਸਪੀਕਰ ਸਿੰਘ ਨੂੰ ਜੇ ਸੱਦਣਾ ਹੋਵੇ ਤਾਂ ਕੌਣ ਸੱਦੇ,
ਤੇ ਕਿਵੇਂ ਸੱਦੇ, ਠੀਕ ਹੈ ਜੀ, ਤੇ ਕਾਦੇ ਲਈ ਸੱਦੇ? ਓਕੇ, ਬਹੁਤ ਸਾਰੀਆਂ ਇਹੋ ਜਿਹੀਆਂ ਯੂਨੀਵਰਸਿਟੀਜ਼ ਆ ਜਿਨ੍ਹਾਂ ਦੇ ਵਿੱਚ ਮੈਂ ਪ੍ਰੋਗਰਾਮ ਕਰਦਾ ਜੀ। ਬਹੁਤ ਸਾਰੀਆਂ ਕੰਪਨੀਆਂ, ਜਿਵੇਂ ਤੁਸੀਂ ਇਨਫੋਸਿਸ ਦਾ ਨਾਮ ਸੁਣਿਆ ਹੋਊਗਾ ਜਾਂ ਤੁਸੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਨਾਮ ਸੁਣਿਆ ਹੋਊਗਾ। ਇਹੋ ਜਿਹੀਆਂ ਯੂਨੀਵਰਸਿਟੀਜ਼, ਕਾਲਜਿਸ, ਸਕੂਲਸ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਮੈਨੂੰ ਸੱਦ ਸਕਦੇ ਆ। ਉਹਨਾਂ ਲਈ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ, ਉੱਥੇ ਕਰੀਅਰ ਕਾਉਂਸਲਿੰਗ ਕਰਦੇ ਆ ਬੱਚਿਆਂ ਦੀ, ਕਿਵੇਂ ਉਹ ਆਪਣੀ ਪੜ੍ਹਾਈ ਜਿਹੜੀ ਕਰ ਰਹੇ ਉਹਦੇ ਨਾਲ ਆਪਣਾ ਕਰੀਅਰ ਬਣਾ ਸਕਦੇ ਆ, ਆਪਣਾ ਭਵਿੱਖ ਬਣਾ ਸਕਦੇ ਆ। ਕੰਪਨੀਜ਼ ਆ ਜਿਹੜੀਆਂ ਉਹ ਤਾਂ ਸੱਦਦੀਆਂ ਕਿ ਉਹਨਾਂ ਨੇ EMPLOYEES ਮੋਟੀਵੇਸ਼ਨ ਕਰਨੇ ਹੁੰਦੇ ਆ, ਠੀਕ ਹੈ। ਜਿਹੜੀਆਂ ਕੰਪਨੀਜ਼ ਉਹ ਇਸ ਗੱਲ ਕਰਕੇ ਵੀ ਸੱਦਦੀਆਂ ਕਿ ਉਹਨਾਂ ਨੇ ਬਿਜ਼ਨਸ ਨੂੰ ਵੱਡਾ ਕਰਨਾ ਹੁੰਦਾ। ਹੁਣ ਮੇਰੀ ਜਿੰਨੀ ਵੀ ਨੌਲੇਜ ਆ, ਜਿਹੜੀ ਚੀਜ਼ ਮੈਂ ਇੱਥੇ ਸਟੈਬਲਿਸ਼ ਸੰਸਥਾ ਦੇ ਵਿੱਚ ਵੀ ਕਰ ਰਿਹਾ ਹੈ ਸੰਸਥਾ ਪਰ ਤਰੀਕਾ ਮੇਰਾ ਬਿਜ਼ਨਸ ਵਾਲਾ ਜੀ, ਉਹ ਤਾਂ ਕਰਕੇ ਕਿਉਂਕਿ ਬਿਜ਼ਨਸ ਦੇ ਗਿਆਨ ਨਾਲ ਹੀ ਮੈਂ ਚੱਲ ਰਿਹਾ। ਤਾਂ ਕੰਪਨੀਜ਼ ਆਪਣੇ ਬਿਜ਼ਨਸ ਨੂੰ ਗਰੋ ਕਰਨ ਲਈ ਵੀ ਆਪਾਂ ਨੂੰ ਇਨਵਾਈਟ ਕਰਦੇ ਆ, ਤੇ ਉਹਦੀ ਅਸੀਂ ਜੋ ਸਾਡੀ ਬਣਦਾ ਹੱਕ ਹੁੰਦਾ ਪੇਮੈਂਟ ਵੀ ਲੈਂਦੇ ਆ। ਉਹ ਸਾਡਾ ਬੇਸਿਕਲੀ ਮੇਰਾ ਪਰਸਨਲੀ ਜਿਹੜਾ ਕਮਾਈ ਦਾ ਸੋਰਸ ਆ। ਬਾਕੀ ਕਿਤਾਬ ਆ ਰਹੀ ਹੈ, ਡਾਂਸ ਆਫ ਡੈਥ ਆ ਗਈ ਆ, ਵਾਈ ਮੇਰੀ ਆ ਰਹੀ ਹੈ, ਹੁਣ ਪਬਲਿਸ਼ ਹੋਣ ਲਈ ਗਈ ਹੋਈ ਹੈ। ਉਹ ਜਦੋਂ ਆ ਜੂਗੀ ਉਹ ਵਿਕੂਗੀ। ਪਹਿਲਾਂ ਵੀ ਆ ਬਹੁਤ ਅੱਛੀ ਵਿਕੀ, Amazon ਤੇ Flipkart ਤੇ ਤੁਸੀਂ ਚੈੱਕ ਕਰੋਗੇ ਡਾਂਸ ਆਫ ਡੈਥ, ਗੂਗਲ ਤੇ ਭਰ ਕੇ ਦੇਖੋਗੇ ਤਾਂ ਤੁਹਾਨੂੰ ਦੇਖੋਗੀ। ULO ਐਜੂਕੇਸ਼ਨ ਦਾ YouTube ਚੈਨਲ ਆ, ਉਹਦੀ ਇਨਕਮ ਸਾਨੂੰ ਆਉਂਦੀ ਆ, ਉੱਥੋਂ ਸਾਨੂੰ ਬੱਚਾ ਵੀ ਮਿਲਦਾ, ਸਾਡੀ ਸੰਸਥਾ ਨੂੰ ਹੋਰ ਵੀ ਫੰਡਸ ਮਿਲਦੇ ਆ। ਤਾਂ ਪਰਸਨਲ ਇਨਕਮ ਤਾਂ ਮੇਰੀ ਮੋਟੀਵੇਸ਼ਨਲ ਸਪੀਕਿੰਗ ਤੋਂ, ਕੰਪਨੀਜ਼ ਤੋਂ, ਸਕੂਲਸ ਤੋਂ, ਕਾਲਜਿਸ ਤੋਂ, ਯੂਨੀਵਰਸਿਟੀਜ਼ ਤੋਂ, ਇਹ ਸਾਰੇ ਆਪਾਂ ਨੂੰ ਇਨਵਾਈਟ ਕਰਦੇ ਆ ਤਾਂ ਕਿ ਆਪਾਂ ਬੱਚਿਆਂ ਨੂੰ ਮੋਟੀਵੇਟ ਕਰ ਸਕੀਏ, ਸਹੀ ਰਾਸਤੇ ਪਾ ਸਕੀਏ। ਯਾਰ 22 ਸਾਲ ਦੀ ਉਮਰ ਹੈ। ਹਾਂਜੀ, 22 ਸਾਲ ਦੀ ਉਮਰ 'ਚ ਤਾਂ ਤੁਸੀਂ ਸੈੱਟ ਆ। ਹਾਂਜੀ, ਤਾਂ ਸੈੱਟ ਹੋਣਾ ਕਦੋਂ ਸਟਾਰਟ ਕੀਤਾ? ਤੁਸੀਂ ਲਾ ਲਓ ਤਕਰੀਬਨ ਵੀਰਿਆ 2016 ਦੀ ਗੱਲ ਹੈ, ਜਦੋਂ ਮੈਂ ਲੁਧਿਆਣੇ ਗਿਆ ਤੇ ਮੇਰੇ ਉਸਤਾਦ ਜੀ ਸਰਦਾਰ ਆਸਾ ਸਿੰਘ ਪੰਨੂ, ਜੋ ਸੋਇਲ ਡਿਪਾਰਟਮੈਂਟ ਤੋਂ ਰਿਟਾਇਰਡ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ, ਤਾਂ ਉਹਨਾਂ ਦੀ ਮੈਨੂੰ ਸੰਗਤ ਮਿਲੀ। ਤਾਂ ਉਹਨਾਂ ਨੇ ਮੈਨੂੰ ਕਈ ਚੀਜ਼ਾਂ ਦੱਸੀਆਂ। ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਬਿਜ਼ਨਸ ਪੜ੍ਹਨਾ, ਰਿਲੀਜਨ ਪੜ੍ਹਨਾ, ਸਪਿਰਿਚੁਅਲਿਜ਼ਮ ਪੜ੍ਹਨਾ ਸਟਾਰਟ ਕੀਤਾ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਫੀਲਡ ਤੋਂ ਤੂੰ ਬਣਿਆ, ਜਿਹੜੀ ਚੀਜ਼ ਲਈ ਤੂੰ ਬਣਿਆ, ਤੂੰ ਉਹੀ ਕਰ। ਕਈ ਵਾਰੀ ਆਪਾਂ ਨੂੰ ਇੱਦਾਂ ਹੁੰਦਾ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕੀ ਆ, ਠੀਕ ਹੈ। ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਪੜ੍ਹ ਰਹੇ ਆ, ਆਈਲੈਟਸ ਕਰੀ ਜਾਂਦੇ ਆ, ਬਾਹਰ ਜਾਈ ਜਾਂਦੇ ਆ, ਪਰ ਸ਼ਾਇਦ ਉਹਨਾਂ ਵਿੱਚ ਕੋਈ ਗੁਣ ਹੋਰ ਹੋਵੇ। ਸ਼ਾਇਦ ਉਹ ਆਪਣੇ ਆਉਣ ਵਾਲੇ ਦੇਸ਼, ਆਪਣੇ ਆਉਣ ਵਾਲੇ ਰਾਸ਼ਟਰਪਤੀ ਹੋ ਸਕਦੇ ਆ, ਆਉਣ ਵਾਲੇ ਪ੍ਰਧਾਨ ਮੰਤਰੀ ਹੋ ਸਕਦੇ ਆ, ਪਰ ਉਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ। ਮੈਨੂੰ ਇੱਕ ਸਾਧੂ ਦੀ ਸੰਗਤ ਮਿਲਣ ਨਾਲ, 16 ਸਾਲ ਦੀ ਮੇਰੀ ਉਮਰ ਸੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਮੈਨੂੰ ਗਾਈਡ ਕੀਤਾ। ਮੈਂ ਪੜ੍ਹਿਆ ਆਪਣੇ ਆਪ ਨੂੰ। ਗੁਰਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼। ਉਸ ਤਰੀਕੇ ਨਾਲ ਆਪਣੇ ਦਿਲ ਨੂੰ ਖੋਜਣਾ ਸ਼ੁਰੂ ਕੀਤਾ ਕਿ ਮੈਂ ਕੌਣ ਆ, ਮੈਂ ਕੀ ਆ, ਮੈਂ ਕੀ ਕਰ ਸਕਦਾ। ਮੈਂ ਜਦੋਂ ਮੋਟੀਵੇਸ਼ਨਲ ਸਪੀਕਰਾਂ ਨੂੰ ਸੁਣਦਾ ਸੀ, ਮੈਂ ਕਹਿੰਦਾ ਸੀ ਯਾਰ ਜੇ ਮੈਂ ਇਸ ਤਰੀਕੇ ਨਾਲ ਬੋਲਾਂ ਤਾਂ ਮੈਂ ਕਿੱਦਾਂ ਇੰਸਪਾਇਰ ਕਰ ਸਕਦਾ। ਮੈਂ ਜਿਹੜੀ ਬੁੱਕਸ ਪੜ੍ਹ ਰਿਹਾ ਉਹਨਾਂ ਨੂੰ, ਗਿਆਨ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਲੈ ਕੇ ਆ ਸਕਦਾ। ਤਾਂ ਉਸ ਚੀਜ਼ ਨੇ ਮੈਨੂੰ ਇਸ ਚੀਜ਼ ਲਈ ਕਲੈਰਿਟੀ ਦੇਤੀ ਕਿ ਮੇਰੀਆਂ ਫੀਲਡਾਂ ਮੋਟੀਵੇਸ਼ਨ ਤੇ ਬਿਜ਼ਨਸ ਹੈ। ਮੋਟੀਵੇਸ਼ਨ ਮੈਨੂੰ ਦੱਸ ਰਹੀ ਹੈ ਕਿ ਮੈਂ ਉਹ 'ਚ ਕਮਾਈ ਵੀ ਕਰ ਸਕਦਾ ਤੇ ਲੋਕਾਂ ਦੀ ਜ਼ਿੰਦਗੀ ਵੀ ਬਦਲ ਸਕਦਾ। ਬਿਜ਼ਨਸ ਦੀ ਪੜ੍ਹਾਈ ਨੂੰ ਮੈਂ ਸੰਸਥਾ ਦੇ ਵਿੱਚ ਲਾਗੂ ਕਰਕੇ ਰੋਜ਼ਗਾਰ ਸ਼ੁਰੂ ਕਰ ਦਿੱਤਾ, ਰੋਜ਼ਗਾਰ ਦਾ ਲੰਗਰ ਸ਼ੁਰੂ। ਮਤਲਬ ਠੀਕ ਆ, ਤੁਸੀਂ ਆਪਦੀ ਕਮਾਈ ਵੀ ਕਰ ਰਹੇ ਆ ਤੇ ਲੋਕਾਂ ਨੂੰ ਸਹਾਰਾ ਵੀ ਦੇ ਰਹੇ। ਬਿਲਕੁਲ, ਇਹ ਸਭ ਤੋਂ ਵੱਡੀ ਗੱਲ ਹੈ। ਬਿਲਕੁਲ ਜੀ, ਆਪਦੀ ਕਮਾਈ ਜ਼ਰੂਰੀ ਹੈ, ਕਿਉਂਕਿ ਜੇ ਆਪਾਂ ਨੂੰ ਖੁਦ ਨੂੰ ਕਮਾਈ ਨਹੀਂ ਹੋਊਗੀ ਤਾਂ ਆਪਾਂ ਦੂਜਿਆਂ ਨੂੰ ਕਿੱਦਾਂ ਕਰ ਪਾਵਾਂਗੇ। ਬਹੁਤ ਜ਼ਰੂਰੀ। ਜੇ ਹੁਣ ਕੈਮਰੇ ਤੇ ਤੁਸੀਂ ਇਨਵਾਈਟ ਕਰਨਾ ਚਾਹੋ ਇੱਥੇ ਸੰਸਥਾ ਲਈ, ਤਾਂ ਉਹ ਕਾਦੇ ਲਈ ਇਨਵਾਈਟ ਕਰੋਗੇ? ਮੈਂ ਉਹਨਾਂ ਬੱਚਿਆਂ ਨੂੰ ਕੈਮਰੇ ਦੇ ਉੱਤੇ ਬੈਠ ਕੇ ਇਹ ਆਫੀਸ਼ੀਅਲੀ ਸਟੇਟਮੈਂਟ ਦੇ ਤੌਰ ਤੇ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ, ਜਿਹੜੇ ਬੱਚੇ ਪਹਿਲਾਂ ਤਾਂ ਆਇਲਸ ਤੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਆਪਣੀ ਆਇਲਸ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ, ਪੈਸੇ ਖਰਾਬ ਕਰ ਰਹੇ ਨੇ, ਉਹ ਆ ਕੇ ਪੜ੍ਹ ਸਕਦੇ ਨੇ। ਇੱਥੇ ਮੈਂ ਵੀ ਪੜ੍ਹਾਊਂਗਾ, ਹੋਰ ਵੀ ਮੇਰੇ ਆਪਣੇ ਸਟੂਡੈਂਟ ਵੀ ਹੈਗੇ ਨੇ, ਉਹ ਵੀ ਬੱਚਿਆਂ ਨੂੰ ਪੜ੍ਹਾਉਣਗੇ। ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਵੀਜ਼ਾ ਲਗਾਉਣਾ ਚਾਹੁੰਦੇ ਨੇ, ਉਹ ਵੀ ਆਉਣ। ਉਹਨਾਂ ਦਾ 1 ਸਵਾ ਲੱਖ ਦਾ ਘੱਟੋ ਘੱਟ ਅਸੀਂ ਫਾਇਦਾ ਕਰਾਵਾਂਗੇ, ਵੱਧ ਤੋਂ ਵੱਧ ਉਹਦਾ 2-2.5 ਲੱਖ ਦਾ ਫਾਇਦਾ ਹੋਊਗਾ। ਚੰਗੀ ਯੂਨੀਵਰਸਿਟੀ, ਸਰਕਾਰੀ ਯੂਨੀਵਰਸਿਟੀ, ਜਿੱਥੇ ਬੱਚਾ 100% ਪੱਕਾ ਵੀ ਹੋਊਗਾ, ਚੰਗਾ ਕੋਰਸ ਲੈ ਕੇ ਦੇਵਾਂਗੇ। 730 ਯੂਨੀਵਰਸਿਟੀ ਕੈਨੇਡਾ ਦੇ ਵਿੱਚ, 2604 ਯੂਨੀਵਰਸਿਟੀ ਸਾਡੇ ਕੋਲ ਪੂਰੀ ਦੁਨੀਆ ਵਿੱਚ। ਪਹਿਲੇ 2 ਇਨਵੀਟੇਸ਼ਨ ਤਾਂ ਉਹਨਾਂ ਬੱਚਿਆਂ ਨੂੰ ਜਿਹੜੇ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦੇ ਨੇ। ਉਸ ਤੋਂ ਬਾਅਦ ਇਨਵੀਟੇਸ਼ਨ ਆ ਗਿਆ ਪੂਰੀ ਸੰਸਥਾ ਵੱਲੋਂ, ਸਿਰਫ ਮੇਰੇ ਵੱਲੋਂ ਨਹੀਂ, ਪੂਰੀ ਸੰਸਥਾ ਵੱਲੋਂ। ਕੋਈ ਬੱਚਾ ਪੰਜਾਬ ਦੇ ਕਿਸੇ ਵੀ ਇੱਕ ਛੋਟੇ ਜਿਹੇ ਕੋਨੇ ਵਿੱਚ ਬੈਠ ਕੇ ਅੱਜ ਇਸ ਵੀਡੀਓ ਨੂੰ ਦੇਖ ਰਿਹਾ, ਅੱਜ ਇਸ ਇੰਟਰਵਿਊ ਨੂੰ ਦੇਖ ਰਿਹਾ, ਉਹਨੂੰ ਮੇਰੀ ਰਿਕੁਐਸਟ ਹੈ, ਬੇਨਤੀ ਹੈ ਕਿ ਨਾ ਉਮੀਦ ਨਹੀਂ ਹੋਣਾ। ਜੇ ਤੁਹਾਨੂੰ ਕੋਈ ਰਾਸਤਾ ਨਹੀਂ ਲੱਭ ਰਿਹਾ, ਇੱਕ ਵਾਰੀ ਆਓ ਮੇਰੇ ਕੋਲੇ, ਆਪਾਂ ਬੈਠਦੇ ਆ। ਮੈਂ ਕਿਹੜਾ ਕੋਈ ਤੁਹਾਡੇ ਤੋਂ ਪੈਸੇ ਲੈ ਰਿਹਾ ਜਾਂ ਕੋਈ ਚੀਜ਼ ਆ। ਤੁਸੀਂ ਬੈਠੋ, ਫਿਗਰ ਆਊਟ ਕਰਦੇ ਆ ਕਿ ਤੁਹਾਡੀ ਜ਼ਿੰਦਗੀ ਨੂੰ ਕਿੱਦਾਂ ਬਦਲ ਸਕਦੇ ਆ, ਫਿਗਰ ਆਊਟ ਕਰਦੇ ਆ ਕਿ ਤੁਹਾਨੂੰ ਰੁਜ਼ਗਾਰ ਦੇ ਰਾਹ ਤੇ ਕਿੱਦਾਂ ਪਾ ਸਕਦੇ ਆ, ਕੀ ਕੁਝ ਅਸੀਂ ਕਰ ਸਕਦੇ ਆ, ਕੀ ਕੁਝ ਤੁਸੀਂ ਕਰ ਸਕਦੇ ਆ, ਕਿਹੜਾ ਗੁਣ ਸਾਡੇ ਕੋਲੇ ਆ ਜਿਹੜਾ ਤੁਹਾਡੀ ਹੈਲਪ ਕਰੂਗਾ, ਕਿਹੜਾ ਗੁਣ ਤੁਹਾਡੇ ਕੋਲੇ ਆ ਜਿਹਦੇ ਨਾਲ ਤੁਸੀਂ ਖੁਦ ਦੀ ਹੈਲਪ ਕਰ ਦੋਗੇ ਪਰ ਤੁਸੀਂ ਉਹਦੇ ਲਈ ਅਣਜਾਣ ਆ। ਤਾਂ ਉਹਨਾਂ ਨੂੰ ਮੈਂ ਇਨਵਾਈਟ ਕਰਨਾ ਚਾਹੂੰਗਾ, ਆਓ ਆਪਾਂ ਬੈਠੀਏ, ਤੁਹਾਨੂੰ ਰੁਜ਼ਗਾਰ ਦੇ ਰਾਹ ਤੇ ਪਾਈਏ ਤੇ ਆਪਾਂ ਇੱਕ ਚੰਗੀ ਸਫਲਪੂਰਤ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ ਜੀ। ਤੇ ਇੱਕ ਸੰਦਾ ਉਹ ਮੋਟੀਵੇਸ਼ਨਲ ਸਪੀਕਰ ਵਾਲਾ ਵੀ ਦੇ ਦਿਓ ਮਾੜਾ ਜਿਹਾ। ਹਾਂਜੀ, ਮੋਟੀਵੇਸ਼ਨਲ ਸਪੀਕਰ ਦਾ ਇਹੀ ਹੈ ਕਿ ਕਾਲਜਿਸ ਤੇ ਯੂਨੀਵਰਸਿਟੀਜ਼ ਨੂੰ ਜਿਹੜੇ ਵੀ ਤੁਸੀਂ ਆਪਣੇ ਸੈਸ਼ਨਸ ਕਰਵਾ ਰਹੇ ਆ ਜਾਂ ਤੁਸੀਂ ਕਰਵਾਉਣਾ ਚਾਹੁੰਦੇ ਆ, ਤਾਂ ਤੁਸੀਂ ਮੈਨੂੰ ਐਨੀ ਟਾਈਮ ਮਿਲ ਸਕਦੇ ਆ। ਮੇਰੀਆਂ ਬੁੱਕਸ ਵੀ ਆ ਰਹੀਆਂ ਇਸ ਚੀਜ਼ ਦੇ ਉੱਤੇ, ਪਰਸਨਲ ਲਾਈਫ ਨੂੰ ਲੈ ਕੇ, ਰਿਲੇਸ਼ਨਸ਼ਿਪਸ ਨੂੰ ਲੈ ਕੇ, ਬਿਜ਼ਨਸ ਨੂੰ ਲੈ ਕੇ। ਤੁਸੀਂ ਐਨੀ ਟਾਈਮ ਯੂ ਕੈਨ ਇਨਵਾਈਟ ਮੀ ਐਂਡ ਮੇਰੇ ਨੰਬਰ ਤੇ ਕਾਲ ਕਰ ਸਕਦੇ ਆ। ਬੜੇ ਵਾਰ ਕੀ ਹੁੰਦਾ ਨਾ ਕਿ ਕੋਈ ਵੀ ਬਿਜ਼ਨਸ ਬਾਈ ਸਪੀਕਰ, ਹਾਂਜੀ, ਬਹੁਤ ਵਾਰੀ ਨਾ ਕੀ ਹੁੰਦਾ ਕਿ
ਬਿਜ਼ਨਸ ਹੁੰਦਾ ਖੜੋਤ ਆ ਜਾਂਦੀ ਹੈ, ਹਾਂਜੀ, ਵੱਧ ਨਹੀਂ ਰਿਹਾ ਹੁੰਦਾ, ਹਾਂਜੀ। ਉਧਰੋਂ ਖਰਚੇ ਉੱਤੇ ਚੜ ਰਹੇ ਹੁੰਦੇ ਚੜ ਰਹੇ ਹੁੰਦੇ ਆ, ਚੜ ਰਹੇ ਹੁੰਦੇ ਆ, ਹਾਂਜੀ। ਤਾਂ ਉਦੋਂ ਇੱਕ ਬਿਜ਼ਨਸਮੈਨ ਡਿਪਰੈਸ ਹੋ ਜਾਂਦਾ Depress ਹੋ ਜਾਂਦਾ। ਕਿ ਮੈਂ ਕੀ ਕਰਾਂ। ਹਾਂਜੀ। ਉਸ ਸਥਿਤੀ 'ਚ ਉਹ ਤੁਹਾਨੂੰ ਸਾਥ ਸਕਦੇ। ਬਿਲਕੁਲ ਜੀ, ਬਹੁਤ ਸਾਰੇ ਇਹੋ ਜਿਹੇ ਬਿਜ਼ਨਸਮੈਨ ਹੈਗੇ ਆ, ਕੋਈ ਲੋਕਲ ਬਿਜ਼ਨਸਮੈਨ ਵੀ ਹੈਗੇ, ਕਿਸੇ ਜਿਵੇਂ ਨਰਸਰੀ ਆ, ਫੁੱਲਾਂ ਦਾ ਕੰਮ ਆ, ਉਹਦਾ ਕੰਮ ਗਰੋ ਨਹੀਂ ਹੋ ਰਿਹਾ, ਇੱਕ ਜਗ੍ਹਾ ਤੇ ਆ ਕੇ ਖੜ ਗਿਆ, ਉਹ ਕਹਿੰਦਾ ਜੀ ਕਰੋਨਾ ਆ ਗਿਆ, ਮੇਰਾ ਕੰਮ ਥੱਲੇ ਗਿਆ, ਉੱਪਰ ਨੂੰ ਨਹੀਂ ਗਿਆ। ਤਾਂ ਅਸੀਂ ਕਹਿੰਦੇ ਕਿ ਤੁਸੀਂ ਸਾਨੂੰ ਮਿੱਟੀ ਵੀ ਦੇ ਦਿਓ, ਅਸੀਂ ਬੋਤਲ 'ਚ ਪਾ ਕੇ ਸੋਨੇ ਵਾਂਗੂ ਵੇਚ ਦਾਂਗੇ। ਕਿਆ ਬਾਤ ਹੈ। ਸਾਡੇ ਕੋਲੇ ਇਹ ਗੁਣ ਹੈਗਾ, ਅਸੀਂ ਉਸ ਗੁਣ ਨੂੰ ਪਹਿਲਾਂ ਆਪਣੇ ਉੱਤੇ ਲਾਗੂ ਕੀਤਾ। ਤੁਸੀਂ ਆਓ, ਬਹੁਤ ਵੱਡੀਆਂ ਕੰਪਨੀਆਂ ਆ ਸਾਡੀ ਫੀਲਡ ਵਿੱਚ, ਆਈਲੈਟਸ ਇਮੀਗ੍ਰੇਸ਼ਨ ਦੇ ਵਿੱਚ 20-20 ਸਾਲਾਂ ਤੋਂ ਬੈਠੀਆਂ ਕੰਪਨੀਆਂ ਆ, ਉਹਨਾਂ ਦਾ ਮੁਕਾਬਲਾ ਸਾਡੇ 2 ਸਾਲ 3 ਸਾਲ ਪੁਰਾਣੀ ਆ 5 ਸਾਲ ਪੁਰਾਣੀ ਕੰਪਨੀ ਦਾ ਕਰਕੇ ਦੇਖੋਗੇ, ਤੁਹਾਨੂੰ ਪਤਾ ਲੱਗੂ ਕਿਵੇਂ ਅਸੀਂ ਖੁਦ ਮਿੱਟੀ ਆ, ਅਜੇ 20-22 ਸਾਲ ਦੀ ਉਮਰ ਹੈ ਮੇਰੀ, ਕਿਵੇਂ ਅਸੀਂ ਸੋਨਾ ਬਣ ਕੇ ਉਹਨਾਂ 20-20 ਸਾਲਾਂ ਦੇ ਜਿਹੜੇ ਐਕਸਪੀਰੀਅੰਸ ਵਾਲੇ ਲੋਕ ਉਹਨਾਂ ਦੇ ਬਰਾਬਰ ਬੈਠਣ ਜੋਗੇ ਹੋਏ ਆ। ਇਦਾਂ ਅਸੀਂ ਉਹਨਾਂ ਨੂੰ ਵੀ ਤਾਂ ਕਰ ਹੀ ਸਕਦੇ ਹਾਂ। ਜ਼ਰੂਰ ਬਾਈ, ਜ਼ਰੂਰ। ਮੈਨੂੰ ਲੱਗਦਾ ਕਿ ਸੰਸਥਾ ਦੇ ਸੇਵਾਵਾਂ ਤੋਂ ਵੀ ਸੱਜਣ ਫਾਇਦਾ ਲੈਣਗੇ, ਤੇ ਬਾਈ ਸਪੀਕਰ ਸਿੰਘ ਜਿਨ੍ਹਾਂ ਦਾ ਨਾਂ ਮਾਰਕੀਟ ਨੇ ਇਹਨਾਂ ਨੂੰ ਸਪੀਕਰ ਸਿੰਘ ਦੇ ਨਾਂ ਨਾਲ ਸੱਦਦੇ ਆ, ਤੇ ਉਹਨਾਂ ਦੀ ਜਿਹੜੀ ਹੈਗੀ ਮੋਟੀਵੇਸ਼ਨਲ ਉਹਨਾਂ ਦੀ ਸਪੀਚ ਹੋਣਗੇ, ਉਹਨਾਂ ਤੋਂ ਵੀ ਫਾਇਦਾ ਲੈਣਗੇ। ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ। ਤੁਹਾਨੂੰ ਨੰਬਰ ਦੇ ਰਹੇ ਹਾਂ ਸੰਸਥਾ ਦੇ, ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜਿਉਂਦੇ ਵਸਦੇ ਰਹੋ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ।